ਸਤਿ ਸ਼੍ਰੀ ਅਕਾਲ। ਚੜ੍ਹਦੀ ਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ। ਸਿੱਹਾ ਸਿੱਕਿਮ 'ਚ ਫਸੇ 500 ਸੈਲਾਨੀਆਂ ਨੂੰ ਸੁਰੱਖਿਅਤ ਕੱਢਿਆ ਬਾਹਰ। ਪੀੜਤਾਂ ਨੂੰ ਗਰਮ ਕੱਪੜੇ ਭੋਜਨ ਕਰਵਾਇਆ ਗਿਆ ਮੁਹੱਈਆ। दो हजार ਦੇ ਨੋਟ ਤੇ ਆਰਬੀਆਈ ਦੇ ਫੈਸਲੇ ਤੋਂ ਬਾਅਦ ਮਮਤਾ ਬੈਨਰਜੀ ਨੇ ਪੀਐਮ ਮੋਦੀ ਤੇ ਵਿੰਨਿਆ ਨਿਸ਼ਾਨਾ। $1 ਅਰਬ ਭਾਰਤੀਆਂ ਲਈ $1 ਬਿਲੀਅਨ ਦਾ ਧੋਖਾ ਕਿਹਾ ਮਮਤਾ ਬੈਨਰਜੀ ਨੇ। ਐਲਜੀ ਦੀਆਂ ਸ਼ਕਤੀਆਂ ਵਧਾਉਣ ਤੇ ਆਤਿਸ਼ੀ ਦਾ ਬਿਆਨ, ਕਿਹਾ ਕੇਂਦਰ ਦਾ ਆਰਡੀਨੈਂਸ ਅਸੰਵਿਧਾਨਿਕ। ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਭਾਰਤੀ ਫੌਜ ਨੇ ਸਿੱਕਿਮ ਵਿੱਚ ਮੋਹਲੇਧਾਰ ਮੀਂਹ ਕਾਰਨ ਕੁਝ ਥਾਵਾਂ ਤੇ ਜ਼ਮੀਨ ਖਿਸਕਣ ਤੇ ਸੜਕ ਆਵਾਜਾਈ ਠੱਪ ਹੋਣ ਦੀ ਵਜ੍ਹਾ ਤੋਂ ਉੱਥੇ ਫਸੇ 54 ਬੱਚਿਆਂ ਸਮੇਤ 500 ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਇੱਕ ਰੱਖਿਆ ਅਧਿਕਾਰੀ ਨੇ ਕਿਹਾ ਕਿ ਲਾਚੇਨ, ਲਾਚੋਂਗ ਅਤੇ ਚੁੰਗਥਾਂਗ ਵਿੱਚ ਮੋਹਲੇਧਾਰ ਮੀਂਹ ਪਿਆ। ਮੀਂਹ ਕਾਰਨ ਲਾਚੋਂਗ ਅਤੇ ਲਾਚੇਨ ਘਾਟੀ ਦੀ ਯਾਤਰਾ ਕਰ ਰਹੇ ਲਗਭਗ 500 ਸੈਲਾਨੀ ਜ਼ਮੀਨ ਖਿਸਕਣ ਤੇ ਸੜਕਾਂ ਬਲਾਕ ਹੋਣ ਕਾਰਨ ਚੁੰਗਥਾਂਗ ਵਿੱਚ ਫਸ ਗਏ। ਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸਬ ਡਿਵੀਜ਼ਨਲ ਮੈਜਿਸਟ੍ਰੇਟ ਦੀ ਬੇਨਤੀ ਤੇ ਭਾਰਤੀ ਫੌਜ ਦੀ ਸ਼ਕਤੀ ਕੌਰ ਦੇ ਜਵਾਨਾਂ ਨੇ ਬਚਾਅ ਮੁਹਿੰਮ ਚਲਾਈ ਤੇ ਫਸੇ ਹੋਏ ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਉਹਨਾਂ ਕਿਹਾ ਕਿ ਫਸੇ ਹੋਏ ਸੈਲਾਨੀਆਂ ਵਿੱਚ 216 ਪੁਰਸ਼, 113 ਔਰਤਾਂ ਤੇ 54 ਬੱਚੇ ਸ਼ਾਮਲ ਸਨ ਤੇ ਉਹਨਾਂ ਨੂੰ 3 ਵੱਖ-ਵੱਖ ਫੌਜੀ ਕੈਂਪਾਂ 'ਚ ਲਿਜਾਇਆ ਗਿਆ ਤੇ ਉਹਨਾਂ ਨੂੰ ਗਰਮ ਭੋਜਨ ਤੇ ਕੱਪੜੇ ਮੁਹੱਈਆ ਕਰਵਾਏ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਪਾਨ ਦੇ ਹੀਰੋਸ਼ੀਮਾ ਸ਼ਹਿਰ ਵਿੱਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਮੂਰਤੀ ਦਾ ਉਦਘਾਟਨ ਕਰਦਿਆਂ ਕਿਹਾ ਕਿ ਸ਼ਾਂਤੀ ਤੇ ਸਦਭਾਵਨਾ ਦੇ ਉਹਨਾਂ ਦੇ ਆਦਰਸ਼ ਦੁਨੀਆ ਭਰ ਵਿੱਚ ਗੂੰਜਦੇ ਨੇ ਤੇ ਲੱਖਾਂ ਲੋਕ ਉਹਨਾਂ ਨੂੰ ਤਾਕਤ ਦਿੰਦੇ ਨੇ। ਗਾਂਧੀ ਦੀ ਮੂਰਤੀ ਦੀ ਸਥਾਪਨਾ ਕਰਨ ਲਈ ਹੀਰੋਸ਼ੀਮਾ ਦੀ ਚੋਣ ਸ਼ਾਂਤੀ ਤੇ ਹਿੰਸਾ ਪ੍ਰਤੀ ਏਕਤਾ ਦਿਖਾਉਣ ਲਈ ਕੀਤੀ ਗਈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਮੂਰਤੀ ਇੱਕ ਅਜਿਹੇ ਸ਼ਹਿਰ ਨੂੰ ਢੁਕਵੀਂ ਸ਼ਰਧਾਂਜਲੀ ਹੈ ਜੋ ਸ਼ਾਂਤੀ ਲਈ ਮਨੁੱਖਤਾ ਦੀ ਇੱਛਾ ਦਾ ਪ੍ਰਤੀਕ ਹੈ। ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਰਤੀ ਰਿਜ਼ਰਵ ਬੈਂਕ ਵੱਲੋਂ ਚਲਨ ਤੋਂ 2000 ਰੁਪਏ ਦੇ ਨੋਟ ਵਾਪਿਸ ਲੈਣ ਦੇ ਕਦਮ ਨੂੰ ਲੈ ਕੇ ਮੋਦੀ ਸਰਕਾਰ ਤੇ ਨਿਸ਼ਾਨਾ ਵੀ ਨੇ। ਬੈਨਰਜੀ ਨੇ ਇੱਕ ਟਵੀਟ 'ਚ ਕਿਹਾ ਇਹ 2000 ਰੁਪਏ ਦਾ ਧਮਾਕਾ ਨਹੀਂ ਸੀ, ਸਗੋਂ $1 ਅਰਬ ਭਾਰਤੀਆਂ ਲਈ $1 ਬਿਲੀਅਨ ਦਾ ਧੋਖਾ ਸੀ। ਮੇਰੇ ਭਰਾਵੋ ਤੇ ਭੈਣੋ ਜਾਗੋ, ਨੋਟਬੰਦੀ ਕਾਰਨ ਅਸੀਂ ਜੋ ਦਰਦ ਝੱਲਿਆ ਉਸ ਨੂੰ ਭੁਲਾਇਆ ਨਹੀਂ ਜਾ ਸਕਦਾ ਤੇ ਜਿਨ੍ਹਾਂ ਲੋਕਾਂ ਕਾਰਨ ਇਹ ਦੁੱਖ ਝੱਲਿਆ ਉਹਨਾਂ ਨੂੰ ਮਾਫ ਨਹੀਂ ਕੀਤਾ ਜਾਣਾ ਚਾਹੀਦਾ। ਦੱਸੀਏ ਕਿ ਬੀਤੇ ਦਿਨੀ ਆਰਬੀਆਈ ਨੇ ਐਲਾਨ ਕਰਦੇ ਕਿਹਾ ਕਿ 2000 ਰੁਪਏ ਦਾ ਨੋਟ ਲੀਗਲ ਟੈਂਡਰ ਤਾਂ ਰਹੇਗਾ ਪਰ ਇਸ ਨੂੰ ਸਰਕੂਲੇਸ਼ਨ ਤੋਂ ਬਾਹਰ ਕਰ ਦਿੱਤਾ ਜਾਵੇਗਾ। ਭਾਰਤੀ ਰਿਜ਼ਰਵ ਬੈਂਕ ਨੇ ਦੇਸ਼ ਦੇ ਬੈਂਕਾਂ ਨੂੰ ਸਲਾਹ ਦਿੱਤੀ ਹੈ ਕਿ 2000 ਰੁਪਏ ਦੇ ਨੋਟ ਨੂੰ ਤੁਰੰਤ ਪ੍ਰਭਾਵ ਨਾਲ ਜਾਰੀ ਕਰਨਾ ਬੰਦ ਕਰ ਦਿੱਤਾ ਜਾਵੇ। ਕਲੀਨ ਨੋਟ ਪਾਲਿਸੀ ਤਹਿਤ ਰਿਜ਼ਰਵ ਬੈਂਕ ਨੇ ਫੈਸਲਾ ਲਿਆ 30 ਸਤੰਬਰ 2023 ਤੱਕ 2000 ਰੁਪਏ ਦੇ ਨੋਟਾਂ ਨੂੰ ਬੈਂਕਾਂ 'ਚ ਜਮ੍ਹਾਂ ਕਰਵਾਇਆ ਜਾ ਸਕਦਾ ਹੈ। ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਕਿ ਦਿੱਲੀ ਵਿੱਚ ਨੌਕਰਸ਼ਾਹਾਂ ਦੇ ਤਬਾਦਲੇ ਨਾਲ ਜੁੜਿਆ ਕੇਂਦਰ ਦਾ ਆਰਡੀਨੈਂਸ ਅਸੰਵਿਧਾਨਿਕ ਹੈ। ਇਹ ਸੇਵਾ ਸੰਬੰਧੀ ਮਾਮਲਿਆਂ ਵਿੱਚ ਸੁਪਰੀਮ ਕੋਰਟ ਵੱਲੋਂ ਦਿੱਲੀ ਸਰਕਾਰ ਨੂੰ ਦਿੱਤੀਆਂ ਗਈਆਂ ਸ਼ਕਤੀਆਂ ਨੂੰ ਖੋਹਣ ਲਈ ਚੁੱਕਿਆ ਗਿਆ ਇੱਕ ਕਦਮ ਹੈ। ਦਿੱਲੀ ਦੀ ਮੰਤਰੀ ਆਤਿਸ਼ੀ ਨੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਕੇਂਦਰ ਸਰਕਾਰ ਨੇ ਇਹ ਆਰਡੀਨੈਂਸ ਲਿਆਉਣ ਲਈ ਜਾਣਬੁੱਝ ਕੇ ਅਜਿਹਾ ਸਮਾਂ ਚੁਣਿਆ ਜਦੋਂ ਸੁਪਰੀਮ ਕੋਰਟ ਛੁੱਟੀ ਕਾਰਨ ਬੰਦ ਹੋ ਗਿਆ। मोदी जी को तो कोई फर्क नहीं पड़ता। तो पहला प्रोविजन वो सबसे पहले इसमें करते हैं कि सर्विसेज पर कानून बनाने की ताकत दिल्ली लेजिस्लेटिव असेंबली के पास नहीं है, नंबर 1। नंबर 2 कि दिल्ली में ट्रांसफर पोस्टिंग की ताकत एक नई अथॉरिटी बनाई जाएगी, नेशनल
सिविल सर्विसेज अथॉरिटी। क्या होगी ये नेशनल कैपिटल सिविल सर्विस अथॉरिटी? ट्रांसफर पोस्टिंग के लिए एक नई अथॉरिटी बनाई जाएगी, नेशनल कैपिटल सिविल सर्विस अथॉरिटी। इस अथॉरिटी में 3 मेंबर होंगे। इसके चेयरपर्सन होंगे दिल्ली के मुख्यमंत्री, इसके मेंबर होंगे दिल्ली के चीफ सेक्रेटरी और इसके मेंबर होंगे दिल्ली के होम सेक्रेटरी। लेकिन दिल्ली के चीफ सेक्रेटरी को दिल्ली की चुनी हुई सरकार नहीं अपॉइंट करेगी, दिल्ली के चीफ सेक्रेटरी को केंद्र सरकार अपॉइंट करेगी। दिल्ली के होम सेक्रेटरी को भी दिल्ली की सरकार नहीं अपॉइंट करेगी, दिल्ली के होम सेक्रेटरी को भी केंद्र सरकार अपॉइंट करेगी। तो ये जो नेशनल कैपिटल सिविल सर्विस अथॉरिटी बनेगी, उसमें दिल्ली के चुने हुए मुख्यमंत्री चेयरपर्सन तो होंगे, पर वो माइनॉरिटी में होंगे, वो निर्णय नहीं ले पाएंगे, क्योंकि नेशनल कैपिटल सिविल सर्विस अथॉरिटी, ये अध्यादेश कहता है कि नेशनल कैपिटल सिविल सर्विस अथॉरिटी सिर्फ और सिर्फ मेजॉरिटी से डिसीजन लेगी। तो इसमें जो भी निर्णय होगा वो केंद्र सरकार के 2 ब्यूरोक्रेट्स के अनुसार होगा, दिल्ली की चुनी हुई सरकार के अनुसार नहीं होगा। और ना सिर्फ इतना, अगर गलती से इस नेशनल सिविल सर्विस अथॉरिटी ने कोई ऐसा निर्णय ले लिया जो केंद्र सरकार को पसंद नहीं है, तो उस निर्णय को पलटने का अधिकार लेफ्टिनेंट गवर्नर के पास होगा। इसका मतलब यह हुआ कि पहले तो कोई निर्णय हो नहीं पाएगा चुनी हुई सरकार के द्वारा, लेकिन अगर गलती से भी ऐसा निर्णय हो गया तो फाइनल पावर उस निर्णय के ऊपर एलजी साहब के पास रहेगी। यानी दिल्ली सरकार में अफसरों की पावर, चुनने की पावर, ट्रांसफर पोस्टिंग की पावर, भ्रष्ट अफसरों पे एक्शन लेने की पावर दिल्ली की चुनी हुई सरकार के पास नहीं रहेगी, केंद्र सरकार के पास रहेगी। ਪੰਜਾਬ 'ਚ ਕਾਨੂੰਨ ਵਿਵਸਥਾ ਨੂੰ ਲੈ ਕੇ ਸੂਬਾ ਸਰਕਾਰ ਵੱਲੋਂ ਆਪਣੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਨੇ ਤੇ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਨੇ। ਪਰ ਸੂਬੇ 'ਚ ਪੁਲਿਸ ਅਫਸਰਾਂ ਦੀ ਲਗਾਤਾਰ ਘਾਟ ਹੋ ਰਹੀ ਗਿਣਤੀ ਇੱਕ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਪੁਲਿਸ ਅਫਸਰਾਂ ਦਾ ਲਗਾਤਾਰ ਸੇਵਾ ਮੁਕਤ ਹੋਣਾ ਸਭ ਤੋਂ ਵੱਡੀ ਚਿੰਤਾ ਹੈ। ਇਸ ਦੇ ਨਾਲ ਹੀ ਕਈ ਅਜਿਹੇ ਅਧਿਕਾਰੀ ਨੇ ਜੋ ਪੁਲਿਸ ਦੀ ਨੌਕਰੀ ਛੱਡ ਕੇ ਵਿਦੇਸ਼ 'ਚ ਸੈਟਲ ਹੋਣ ਦੀ ਤਿਆਰੀ ਕਰ ਰਹੇ ਨੇ ਜਾਂ ਫਿਰ ਸੈਟਲ ਹੋ ਚੁੱਕੇ ਨੇ। ਪੰਜਾਬ 'ਚ ਡੀਐਸਪੀ ਜਾਂ ਇਸ ਦੇ ਬਰਾਬਰ ਦੇ ਰੈਂਕ ਦੇ ਕਰੀਬ 450 अधिकारी ने, पर हैरानी की गल है कि साल 2023 च वड्डी गिनती च डीएसपी सेवा मुक्त हो रहे हैं। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਐਸਜੀਪੀਸੀ ਦੀ ਅੱਜ ਦੀ ਮੀਟਿੰਗ ਵਿੱਚ ਜਥੇਦਾਰ ਬਾਰੇ ਕੋਈ ਚਰਚਾ ਨਹੀਂ ਹੋਈ, ਸਗੋਂ ਇੱਕ ਰੂਟੀਨ ਮੀਟਿੰਗ ਰਹੀ। ਪਰ ਕੁਝ ਲੋਕਾਂ ਵੱਲੋਂ ਜਾਣਬੁੱਝ ਕੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਜਥੇਦਾਰ ਬਾਰੇ ਉਹ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਉਹਨਾਂ ਨੇ ਪੰਥ ਲਈ ਬਹੁਤ ਸਾਰੇ ਮਹਾਨ ਕੰਮ ਕੀਤੇ ਨੇ ਤੇ ਜੇਕਰ ਉਹ ਕਿਸੇ ਵੀ ਪ੍ਰੋਗਰਾਮ ਵਿੱਚ ਗਏ ਨੇ ਤਾਂ ਕੁਝ ਲੋਕਾਂ ਨੂੰ ਉਹਨਾਂ ਨਾਲ ਕੋਈ ਸਮੱਸਿਆ ਹੋ ਸਕਦੀ ਹੈ, ਪਰ ਉਹਨਾਂ ਨੂੰ ਕੋਈ ਸਮੱਸਿਆ ਨਹੀਂ ਹੈ ਤੇ ਨਾ ਹੀ ਉਹਨਾਂ ਦੇ ਅਹੁਦੇ ਬਾਰੇ ਕੋਈ ਫੈਸਲਾ ਲੈਣ ਦਾ ਕੋਈ ਵਿਚਾਰ ਹੈ। ਲਾ ਕੇ ਨਵੇਂ ਜਥੇਦਾਰ ਸਾਹਿਬ ਲਾਏ ਜਾ ਸਕਦੇ ਨੇ, ਕੀ ਕਹਿਣਾ ਜੀ? ਕੋਈ ਹਾਲੇ ਤੱਕ ਕੋਈ ਏਜੰਡਾ ਨਹੀਂ। ਸਾਡੀ ਜਨਰਲ ਮੀਟਿੰਗ ਆ ਇਹ ਜੀ, ਜਿਹੜੀ ਆਪਣੇ ਰੂਟੀਨ ਦੇ ਵਿੱਚ ਮੰਥਲੀ ਐਵਰੀ ਮੰਥ ਜਿਹੜੀ ਉਹ ਹੁੰਦੀ ਸਾਡੀ, ਤੇ ਹਾਲੇ ਤੱਕ ਕੋਈ ਇਦਾਂ ਦੀ ਗੱਲ ਬੰਦੀ ਸਿੰਘਾਂ ਨੂੰ ਲੈ ਕੇ ਜਿਹੜੇ ਫਾਰਮ ਭਰੇ ਗਏ ਨੇ ਉਹ ਇਦਾਂ ਵੀ ਗਵਰਨਰ ਸਾਹਿਬ ਦਾ ਕੋਈ ਕੰਮ ਪੈ ਗਿਆ, ਉਹਨਾਂ ਨੂੰ ਆਇਆ ਸੀ ਟੈਲੀਫੋਨ ਜੀ ਵੀ ਮੈਂ 18 ਤਰੀਕ ਨੂੰ ਮਿਲ ਨਹੀਂ ਸਕਦਾ। ਉਹ ਅਸੀਂ ਹੁਣ ਲੱਗੇ ਉਹਨਾਂ ਨਾਲ ਹੋਰ ਫਰਦਰ ਲੈ ਕੇ ਤਰੀਕ ਅਸੀਂ ਤਾਂ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਵੀ ਰਿਕੁਐਸਟ ਕੀਤੀ ਆ ਤੇ ਉਹ ਜਦੋਂ ਦੇ ਦੇਣਗੇ ਟਾਈਮ ਉਦੋਂ ਫਿਰ ਬੇਅਦਬੀਆਂ ਬਹੁਤ ਵੱਧ ਗਈਆਂ ਨੇ, ਲਗਾਤਾਰ ਬੇਅਦਬੀਆਂ ਹੋ ਰਹੀਆਂ ਨੇ। ਸੁਲਤਾਨਪੁਰ ਲੋਧੀ ਤੋਂ ਲੈ ਕੇ ਤੁਸੀਂ ਦੇਖਿਆ ਹੋਣਾ, ਪਟਿਆਲੇ ਤੋਂ ਲੈ ਕੇ ਲਗਾਤਾਰ ਕਿਉਂ ਟਾਰਗੇਟ ਕੀਤਾ ਜਾ ਰਿਹਾ ਗੁਰੂ ਘਰਾਂ ਨੂੰ? ਇਹ ਇੱਕ ਚਿੰਤਾ ਦਾ ਵਿਸ਼ਾ ਬਹੁਤ ਵੱਡਾ। ਦੇਖੋ ਜੀ, ਜਥੇਦਾਰ ਸਾਹਿਬ ਦਾ ਮਸਲਾ ਵਾ, ਇਹ ਕੋਈ ਛੋਟਾ ਜਿਹਾ ਮਸਲਾ ਨਹੀਂ। ਕੋਈ ਨਾਰਾਜ਼ ਕਿਸੇ ਗੱਲ ਕਰਕੇ ਹੈਗਾ, ਉਹਦੇ ਕੋਈ ਨਾਰਾਜ਼ਗੀ ਦਾ ਕੋਈ ਪੱਖ ਹੋ ਵੀ ਸਕਦਾ, ਪਰ ਇਹਦਾ ਮਤਲਬ ਇਹ ਨਹੀਂਗਾ ਕਿ ਐਡੇ ਵੱਡੇ ਫੈਸਲੇ ਉਹਨਾਂ ਦੇ ਕਰਕੇ ਲਏ ਜਾਣ। ਮੈਨੂੰ ਨਹੀਂ ਲੱਗਦਾ, ਨਹੀਂ ਇੱਕ ਐਵੇਂ ਬੇਲੋੜਾ ਵਿਵਾਦ ਪੈਦਾ ਕੀਤਾ ਗਿਆ। ਜਥੇਦਾਰ ਸਾਹਿਬ ਸਾਡੇ ਲਈ ਸਤਿਕਾਰਯੋਗ ਆ। ਪਿਛਲੇ ਲੰਬੇ ਸਮੇਂ ਤੋਂ ਜਥੇਦਾਰ ਸਾਹਿਬ ਨੇ ਅਕਾਲ ਤਖਤ ਸਾਹਿਬ ਦੇ ਰੁਤਬੇ ਦੇ ਲਈ
ਬਹੁਤ ਮਹਾਨ ਸੇਵਾਵਾਂ ਕੀਤੀਆਂ। ਸਾਡਾ ਸਭ ਦੇ ਮਨ 'ਚ ਕੋਈ ਵੀ, ਚਾਹੇ ਅਕਾਲੀ ਦਲ ਆ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਸਭ ਵੱਲੋਂ ਜਥੇਦਾਰ ਸਾਹਿਬ ਦਾ ਸਤਿਕਾਰ ਆ। ਸੋ ਜਥੇਦਾਰ ਸਾਹਿਬ ਦਾ ਉੱਥੇ ਜਾਣਾ, ਉਹਦੇ ਬਾਰੇ ਕਿੰਨੀ ਕੁ ਟਿੱਪਣੀ ਕੀਤੀ ਜਾਣੀ ਚਾਹੀਦੀ ਆ। ਮੈਂ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਬਾਰੇ ਵਿੱਚ ਇਸ ਤਰ੍ਹਾਂ ਕਿਤੇ ਵੀ ਮੀਡੀਆ ਦੇ ਅੰਦਰ ਮੈਂ ਇਸ ਗੱਲ 'ਤੇ ਟਿੱਪਣੀ ਨਹੀਂ ਕਰਾਂਗਾ। ਉਹ ਸਾਡੀ ਸਤਿਕਾਰਯੋਗ ਹਸਤੀ ਆ। ਕੋਈ ਸਾਡੇ ਮਨ ਦਾ ਵਿਚਾਰ ਜਾਂ ਬਲਬਲਾ ਹੋਊਗਾ, ਅਸੀਂ ਉਹਨਾਂ ਨੂੰ ਮਿਲ ਬੈਠ ਕੇ ਕਰ ਲਾਂਗੇ। ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਹਰਜੀਤ ਗਰੇਵਾਲ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਵੱਲੋਂ 2000 ਰੁਪਏ ਦੇ ਨੋਟ ਬੰਦ ਕਰ ਦਿੱਤੇ ਗਏ ਨੇ, ਕਿਉਂਕਿ ਇਹ ਆਮ ਜਨਤਾ ਦੀ ਵੀ ਡਿਮਾਂਡ ਸੀ ਤੇ ਇਕਨੋਮੀ ਨੂੰ ਡਿਜੀਟਲ ਕਰਨ ਦੀ ਲੋੜ ਸੀ, ਜਿਸ ਦਾ ਕਿਸੇ ਤੇ ਕੋਈ ਬੁਰਾ ਪ੍ਰਭਾਵ ਨਹੀਂ ਪਏਗਾ ਤੇ ਲੋਕ 30 ਸਤੰਬਰ ਤੱਕ ਬੈਂਕਾਂ 'ਚ ਜਾ ਕੇ ਨੋਟ ਬਦਲਵਾ ਸਕਦੇ ਨੇ। ਭਾਰਤ ਸਰਕਾਰ ਨੇ 2000 ਦੇ ਨੋਟ ਬੰਦ ਕਰ ਦਿੱਤੇ ਆ। ਇਹ ਆਮ ਜਨਤਾ ਦੀ ਵੀ ਡਿਮਾਂਡ ਸੀ ਔਰ ਇਹ ਡਿਜੀਟਲ ਕਰਨ ਦੇ ਲਈ ਵੀ ਇਕਨੋਮੀ ਨੂੰ ਬਹੁਤ ਜ਼ਰੂਰੀ ਆ ਔਰ ਇਹਦੇ ਨਾਲ ਜਿਹੜਾ ਲੋਕਾਂ ਦਾ ਸੁਭਾਅ ਹੈਗਾ 2 ਨੰਬਰ ਦਾ ਪੈਸਾ ਰੱਖਣ ਦਾ, ਉਹ ਵੀ ਖਤਮ ਹੋਏਗਾ ਔਰ ਇਹ ਜਿਹੜਾ ਹੈਗਾ ਦੇਸ਼ ਦੀ ਇਕਨੋਮੀ ਲਈ ਵੀ ਅੱਛਾ ਔਰ ਇਹ ਸਮੂਥ ਇਕਨੋਮੀ ਰਹੇ ਉਹਦੇ ਲਈ ਵੀ ਅੱਛਾ। ਤੇ ਇਹ ਆਮ ਜਨਤਾ ਦੀ ਜਿਹੜੀ ਡਿਮਾਂਡ ਸੀ ਇਹ ਇਸ ਕਰਕੇ ਕੀਤਾ ਗਿਆ ਔਰ ਮੈਂ ਸਮਝਦਾ ਇਸ ਦਾ ਬੁਰਾ ਅਸਰ ਵੀ ਕੋਈ ਨਹੀਂ ਪੈਣ ਵਾਲਾ। ਜਿਸ ਤਰ੍ਹਾਂ ਪਹਿਲਾਂ ਨੋਟਬੰਦੀ ਦਾ ਪਿਆ ਸੀ, ਇਹਦੇ 'ਚ ਲੰਬਾ ਸਮਾਂ ਵੀ ਦਿੱਤਾ ਗਿਆ ਔਰ ਕੋਈ ਵੀ ਜਾ ਕੇ ਬੈਂਕ ਦੇ ਅੰਦਰ ਕਿਸੇ ਸਮੇਂ ਵੀ ਬਦਲ ਸਕਦਾ। ਇਸ ਦੀ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਆਉਣ ਵਾਲੀ। ਭਾਰਤ ਸਰਕਾਰ ਦੀ ਤਰਫੋਂ ਪੂਰੇ ਅਰੇਂਜਮੈਂਟ ਪਹਿਲਾਂ ਕੀਤੇ ਗਏ ਆ ਔਰ ਇਹ ਬਹੁਤ ਬੜੇ ਨੋਟ ਜਿਹੜੇ ਆ ਇਹ ਬੰਦ ਹੋਣੇ ਬਹੁਤ ਜ਼ਰੂਰੀ ਸੀ, ਕਿਉਂਕਿ ਸਰਕੂਲੇਸ਼ਨ 'ਚ ਵੀ ਨਹੀਂ ਆ ਰਹੇ ਸੀ ਔਰ ਬਹੁਤ ਜ਼ਿਆਦਾ ਤਾਦਾਦ ਦੇ ਅੰਦਰ ਇਹ ਸਰਕੂਲੇਸ਼ਨ ਤੋਂ ਬਾਹਰ ਹੋ ਰਹੇ ਸੀ ਤੇ ਉਹਦੇ ਵੀ ਕਈ ਕਾਰਨ ਹੁੰਦੇ ਆ। ਤੇ ਭਾਰਤ ਸਰਕਾਰ ਨੇ ਸਾਰਾ ਦੇਖਣ ਤੋਂ ਬਾਅਦ, ਲੋਕਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਇਸ ਨੂੰ ਕੀਤਾ। ਆਰਬੀਆਈ ਵੱਲੋਂ 2000 ਰੁਪਏ ਦੇ ਨੋਟ ਬੰਦ ਕੀਤੇ ਜਾਣ ਤੇ ਦੁਕਾਨਦਾਰਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ 2000 ਦੇ ਨੋਟ ਬੰਦ ਹੋਣ ਤੋਂ ਬਾਅਦ ਕਾਰੋਬਾਰ ਦੀ ਰਫ਼ਤਾਰ ਵਧੇਗੀ ਤੇ ਦੁਕਾਨਦਾਰਾਂ ਨੂੰ ਫਾਇਦਾ ਹੋਵੇਗਾ, ਕਿਉਂਕਿ ਕਾਲੇ ਧਨ ਦੇ ਵੱਡੇ ਕਾਰੋਬਾਰੀਆਂ ਤੇ ਜਮਾਖੋਰਾਂ ਨੇ ਕਾਫੀ ਪੈਸਾ ਇਕੱਠਾ ਕਰ ਲਿਆ ਤੇ ਜਦੋਂ 2000 ਦਾ ਨੋਟ ਹੀ ਬੰਦ ਹੋਣ ਨਾਲ ਉਹ ਸਾਰਾ ਪੈਸਾ ਬਾਹਰ ਆ ਜਾਏਗਾ ਤੇ ਕਾਰੋਬਾਰ ਨੂੰ ਗਤੀ ਮਿਲੇਗੀ। ਸਰਕਾਰ ਦਾ ਜਿਹੜਾ ਫੈਸਲਾ ਤਾਂ ਠੀਕ ਹੀ ਹੈ ਕਿ 2000 ਦਾ ਨੋਟ ਜਿਹੜਾ ਬੰਦ ਕਰਤਾ ਵਾ, ਕਿਉਂਕਿ 2000 ਦਾ ਨੋਟ ਲੋਕ ਆਪਣੇ ਘਰਾਂ ਦੇ ਵਿੱਚ ਜਾਂ ਕੋਈ ਵੀ ਜਿੱਦਾਂ ਵੀ ਉਹਦੇ ਕੋਲ ਸਾਧਨ ਸੀ ਉਹਦੇ ਜਮ੍ਹਾਂ ਹੋ ਰਿਹਾ ਸੀਗਾ ਤੇ ਮਾਰਕੀਟ ਵਿੱਚ ਮੰਦੇ ਦਾ ਬਹੁਤ ਵੱਡਾ ਇਹ ਕਾਰਨ ਸੀਗਾ। ਲੇਕਿਨ ਦੂਸਰੇ ਪਾਸੇ ਜੇ ਸਰਕਾਰ ਨੇ 2000 ਦਾ ਨੋਟ ਬੰਦ ਕਰਨ ਵਾਸਤੇ ਟਾਈਮ ਦਿੱਤਾ, ਉਹ ਟਾਈਮ ਵੀ ਠੀਕ ਹੈ ਕਿ 4 ਮਹੀਨਿਆਂ ਦਾ ਟਾਈਮ ਬਹੁਤ ਹੁੰਦਾ ਵਾ। ਲੇਕਿਨ ਜਿਹੜਾ ਆਹ ਫੈਸਲਾ ਹੈਗਾ ਨਾ, 10 ਨੋਟ ਆਪਾਂ ਸਿਰਫ ਬੈਂਕ 'ਚ ਜਾ ਕੇ ਚੇਂਜ ਕਰ ਸਕਦੇ ਹਾਂ, ਇਹਦੇ ਨਾਲ ਲੋਕਾਂ ਦੇ ਵਿੱਚ ਪੈਨਿਕ ਕ੍ਰੀਏਟ ਹੋ ਗਿਆ ਵਾ, ਰਸ਼ ਪਏਗਾ, ਲਾਈਨਾਂ ਲੱਗਣਗੀਆਂ, ਲੋਕ ਘਬਰਾ ਗਏ ਕਿ 10-10 ਨੋਟ ਚੇਂਜ ਕਰਾਂਗੇ, ਸਮਾਂ ਇਹ ਵੈ ਉਹ ਵੈ। ਆਹ ਚੀਜ਼ ਗਲਤ ਹੈ। ਜਾਂ ਤਾਂ ਨੋਟ ਚੇਂਜ ਕਰਨੇ ਹੈ ਕਿ ਖੁੱਲੀ ਆਫਰ ਦੇ ਦਿਓ, ਤੁਸੀਂ ਲੱਖ 2 ਲੱਖ 5 ਲੱਖ 20 ਲੱਖ ਜਿੰਨੇ ਜਮ੍ਹਾਂ ਕਰਾਣੇ ਕਰਾ ਦਿਓ ਇੱਕ ਵਾਰੀ, ਤੇ ਨੋਟ ਬੰਦ ਹੋ ਗਿਆ ਵਾ। ਬਾਕੀ ਇਹ ਵੈ ਕਿ ਮਾਰਕੀਟ ਦੇ ਵਿੱਚ ਤੇਜ਼ੀ ਆਊਗੀ, ਹੁਣ ਪੈਸਾ ਬਾਹਰ ਆਏਗਾ। ਜਿਹਨੇ ਲੋਕਾਂ ਕੋਲ ਪੇਮੈਂਟਾਂ ਲੈਣੀਆਂ ਦੇਣੀਆਂ, ਲੋਕ ਜਿਹਨੇ 10,000 ਦੇਣਾ ਉਹ ਹੁਣ 20,000 ਦੇਊਗਾ। ਮਾਰਕੀਟ 'ਚ ਰੁਪਈਆ ਆਏਗਾ ਤਾਂ ਵਪਾਰ ਨਿਕਲੇਗਾ, ਜੇ ਵਪਾਰ ਨਿਕਲੇਗਾ ਤੇ ਆਪਣਾ ਦੇਸ਼ ਖੁਸ਼ਹਾਲ ਰਹੇਗਾ। ਉਹ ਠੀਕ ਹੈ ਭਾਜੀ, ਆਹ ਵਾਲਾ ਸਰਕਾਰ ਦਾ ਫੈਸਲਾ ਬਿਲਕੁਲ ਠੀਕ ਹੈ ਜੀ, ਸਾਨੂੰ ਵਧੀਆ ਲੱਗਦਾ ਫੈਸਲਾ ਆਹ ਵਾਲਾ। ਹੁਣ ਇੱਕ ਵਾਰੀ ਐਟਲੀਸਟ ਬਲੈਕ ਮਨੀ ਜਿਹੜੀ ਆ ਉਹ ਤਾਂ ਜ਼ਰੂਰ ਇੱਕ ਵਾਰੀ ਜਿਹੜੀ 2000 ਦੇ ਨੋਟਾਂ 'ਚ ਵੱਡੇ ਸਕੇਲ ਤੇ ਜਿਹੜੀ ਲੋਕਾਂ ਨੇ ਰੱਖੀ ਹੋਈ ਆ ਉਹ ਘਟੇਗੀ ਜ਼ਰੂਰ ਇੱਕ ਵਾਰੀ ਜੀ। ਨਹੀਂ, ਇਹਨੂੰ ਜ਼ਿਆਦਾ ਇਫੈਕਟ ਨਹੀਂ ਪੈਣਾ ਚਾਹੀਦਾ, ਕਿਉਂਕਿ ਇਹਦੇ ਵਿੱਚ ਬਹੁਤ ਲੰਬਾ ਟਾਈਮ ਹੈ, 4 ਮਹੀਨੇ ਦਾ ਟਾਈਮ ਹੈ। ਉਹ ਆਲਰੇਡੀ ਇੱਦਾਂ ਨਾ ਫਿਰ ਨੋਟਸ ਇੱਧਰ ਉੱਧਰ ਹੋ ਜਾਣਗੇ, ਬੈਂਕਾਂ ਜਮ੍ਹਾਂ ਹੋ ਜਾਣਗੇ, ਆਲਰੇਡੀ 4 ਮਹੀਨੇ ਦਾ ਟਾਈਮ ਕਾਫੀ ਹੁੰਦਾ। ਇਹਦੇ ਵਿੱਚ ਜ਼ਿਆਦਾ ਇਫੈਕਟ ਨਹੀਂ ਪੈਣਾ ਚਾਹੀਦਾ ਕੰਮ ਦੇ ਵਿੱਚ। ਦੇਖੋ ਜੀ, ਇਹ ਫੈਸਲਾ ਆਰਬੀਆਈ ਨੇ ਗਲਤ ਕੀਤਾ ਹੈ। ਇਹ ਸੋਚ ਸਮਝ ਕੇ ਲੈਣਾ ਚਾਹੀਦਾ ਸੀਗਾ। ਪਹਿਲਾਂ ਵੀ ਇਸ ਤਰ੍ਹਾਂ ਕੀਤਾ ਸੀ, ਨੋਟਬੰਦੀ ਕਰਤੇ। ਨੋਟਬੰਦੀ ਕਰਨ ਨਾਲ ਲੋਕਾਂ ਦਾ ਸਾਰਾ ਬਜਟ ਵਿਗੜ ਜਾਂਦਾ ਹੈ। ਲੋਕਾਂ ਦੇ ਘਰ ਜਿਹੜੇ ਪੈਸੇ ਹੈਗੇ ਨੇ ਲੇਡੀਜ਼ ਕੋਲ, ਉਹ ਸਾਰੇ ਪੈਸੇ ਮਾਰਕੀਟ 'ਚ ਇੱਕ ਵਾਰ ਨਿਕਲ ਗਏ, ਬੈਂਕਾਂ 'ਚ ਚਲੇ ਗਏ, ਲੇਡੀਜ਼ ਦੇ ਪੱਲੇ ਕੁਝ ਨਹੀਂ ਰਹਿੰਦਾ। ਇਸ ਕਰਕੇ ਸਰਕਾਰ ਨੂੰ ਕੋਈ ਸੋਚ ਕੇ ਫੈਸਲਾ ਲੈਣਾ ਚਾਹੀਦਾ ਹੈ ਕਿ ਇਹ ਨੋਟ ਕਿਸ ਤਰ੍ਹਾਂ ਬੰਦ ਕਰਨੇ ਨੇ, ਕਿਸ ਤਰ੍ਹਾਂ ਕਾਲਾ ਧਨ ਵਾਪਸ ਆਏਗਾ। ਇਸ ਚੀਜ਼ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਇਸ ਚੀਜ਼ ਨੂੰ ਇਸ ਤਰ੍ਹਾਂ ਹੈ ਵੀ ਜਿੰਨਾ ਵੀ ਨੋਟ ਹੈਗਾ ਸਾਰਾ ਇਹ ਪੋਲੀਟੀਕਲ ਬੰਦਿਆਂ ਕੋਲ ਹੈ, ਤੇ ਜਾਂ ਸਰਕਾਰ ਨੇ ਜਿਹੜਾ ਗਲਤ ਕੰਮ ਕੀਤਾ, ਇਹ ਜਿਹੜਾ ਮਤਲਬ ਕਿ ਇਹਦੇ 'ਚ ਇਹ ਹੋਣਾ ਚਾਹੀਦਾ ਸੀ ਵੀ ਜਿੰਨੇ ਮਰਜ਼ੀ ਨੋਟ ਆਪਣੇ ਤੁਸੀਂ ਜਮ੍ਹਾਂ ਕਰਾਓ ਤੇ ਆਪਣੇ ਚੇਂਜ ਕਰ ਦਿਓ। ਇਹਦੇ 'ਚ ਗਰੀਬ ਮਾਰ ਫਿਰ ਉਹੀ ਬੰਦੇ ਮਰਨਗੇ, ਲਾਈਨਾਂ 'ਚ ਲੱਗਣਗੇ ਤੇ ਫਿਰ ਉਹੀ ਹਾਲ ਹੋਏਗਾ।
ਮਹਾਨਗਰ ਜਲੰਧਰ ਦੇ ਥਾਣਾ 2 ਅਧੀਨ ਪੈਂਦੇ ਇੱਕ ਨਿੱਜੀ ਪੈਲੇਸ ਵਿੱਚ ਚੱਲ ਰਹੀ ਪਾਰਟੀ ਦੌਰਾਨ ਪੈਸਿਆਂ ਦੀ ਲੈਣ ਦੇਣ ਨੂੰ ਲੈ ਕੇ ਹੰਗਾਮਾ ਹੋ ਗਿਆ। ਪਾਰਟੀ 'ਚ ਆਏ ਨੌਜਵਾਨਾਂ ਨੇ ਪੈਲੇਸ ਵਿੱਚ ਭੰਨਤੋੜ ਕੀਤੀ ਤੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਮੌਕੇ ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਪੈਲੇਸ ਦੇ ਮੈਨੇਜਰ ਮੋਟੂ ਕਪੂਰ ਵਾਸੀ ਬਸਤੀ ਸ਼ੇਖ ਨੇ ਦੱਸਿਆ ਕਿ ਉਸ ਦੇ ਪੈਲੇਸ 'ਚ ਵਿਆਹ ਦਾ ਪ੍ਰੋਗਰਾਮ ਸੀ, ਜਿਸ ਦੀ ਪਾਰਟੀ ਨੇ ਬੁਕਿੰਗ ਫੀਸ ਪਹਿਲਾਂ ਅਦਾ ਕੀਤੀ ਸੀ। ਜਦੋਂ ਪਾਰਟੀ ਤੋਂ ਬਿਜਲੀ ਦਾ ਬਿੱਲ ਮੰਗਿਆ ਗਿਆ ਤਾਂ ਉਸਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪਾਰਟੀ 'ਚ ਮੌਜੂਦ ਨੌਜਵਾਨਾਂ ਨੇ ਮੈਨੇਜਰ ਨਾਲ ਲੜਾਈ ਸ਼ੁਰੂ ਕੀਤੀ ਤੇ ਦਫ਼ਤਰ ਦੇ ਸ਼ੀਸ਼ੇ ਤੱਕ ਭੰਨ ਦਿੱਤੇ। ਪੀੜਤ ਨੇ ਦੱਸਿਆ ਕਿ ਹਮਲੇ ਦੌਰਾਨ ਉਹ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਉਸਦੇ ਸਾਥੀਆਂ ਨੇ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਪਹੁੰਚਾਇਆ। ਪੀੜਤ ਨੇ ਘਟਨਾ ਦੀ ਸੂਚਨਾ ਥਾਣਾ ਨੰਬਰ 2 ਦੀ ਪੁਲਿਸ ਨੂੰ ਦੇ ਦਿੱਤੀ ਹੈ। ਮਾਛੀਵਾੜਾ ਦੇ ਖੇਤਾਂ ਵਿੱਚ ਮੱਕੀ ਦੀ ਫਸਲ ਤੇ ਸਪਰੇਅ ਕਰਦੇ ਹੋਏ ਇੱਕ ਨੌਜਵਾਨ ਪ੍ਰਵਾਸੀ ਮਜ਼ਦੂਰ ਦੀ ਖੇਤ 'ਚ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ, ਜਿਸ ਦੀ ਪਛਾਣ 19 ਸਾਲਾ ਰਾਕੇਸ਼ ਕੁਮਾਰ ਵਾਸੀ ਬਲੀਬੇਗ ਵਜੋਂ ਹੋਈ ਹੈ। ਜਾਣਕਾਰੀ ਮੁਤਾਬਿਕ ਰਾਕੇਸ਼ ਕੁਮਾਰ ਆਪਣੇ ਕੁਝ ਸਾਥੀਆਂ ਨਾਲ ਮਾਛੀਵਾੜਾ ਨੇੜੇ ਮੱਕੀ ਦੀ ਫਸਲ 'ਚ ਸਪਰੇਅ ਕਰਨ ਗਿਆ ਸੀ ਤੇ ਜਦੋਂ ਨੌਜਵਾਨ ਸਪਰੇਅ ਕਰ ਰਿਹਾ ਸੀ ਤਾਂ ਅਚਾਨਕ ਖੇਤਾਂ ਵਿੱਚ ਲਟਕ ਰਹੀ ਬਿਜਲੀ ਦੀ ਤਾਰ ਉਸਦੇ ਸਰੀਰ ਨੂੰ ਛੂ ਗਈ, ਜਿਸ ਤੋਂ ਬਾਅਦ ਉਸ ਨੂੰ ਜ਼ਬਰਦਸਤ ਕਰੰਟ ਲੱਗਿਆ, ਜਿਸ ਕਾਰਨ ਰਾਕੇਸ਼ ਕੁਮਾਰ ਮੌਕੇ ਤੇ ਹੀ ਦਮ ਤੋੜ ਗਿਆ। ਹਾਲਾਂਕਿ ਘਟਨਾ ਤੋਂ ਬਾਅਦ ਤੁਰੰਤ ਮਾਛੀਵਾੜਾ ਪੁਲਿਸ ਨੂੰ ਇਤਲਾਹ ਦਿੱਤੀ ਗਈ। ਮੌਕੇ ਤੇ ਥਾਣਾ ਮੁਖੀ ਨੇ ਪਹੁੰਚ ਕੇ ਬਿਜਲੀ ਸਪਲਾਈ ਕੱਟਣ ਤੋਂ ਬਾਅਦ ਮ੍ਰਿਤਕ ਰਾਕੇਸ਼ ਕੁਮਾਰ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਮੱਕੀ ਨੂੰ ਸਪਰੇਅ ਕਰਦਾ ਸੀ। ਇਹ ਮੁੰਡਾ ਰਾਕੇਸ਼ ਕੁਮਾਰ ਹੈ, 19-20 ਸਾਲ ਦਾ, ਬਲੀਬੇਗ ਮਾਛੀਵਾੜੇ ਦਾ ਰਹਿਣ ਵਾਲਾ। ਸਪਰੇਅ ਕਰਦਿਆਂ ਪਰਸੋਂ ਹਨੇਰੀ ਦੇ ਨਾਲ ਜਿਹੜੀ 24 ਆਵਰ ਵਾਲੀ ਲਾਈਟ ਵਾਲੀ ਲਾਈਨ ਲੰਘਦੀ ਸੀ ਮੱਕੀ ਦੇ ਖੇਤਾਂ ਦੇ ਉੱਤੋਂ, ਹਨੇਰੀ ਉਹਦੀ ਤਾਰ ਟੁੱਟ ਕੇ ਥੱਲੇ ਡਿੱਗੀ ਹੋਈ ਸੀ। ਤਾਂ ਉਹ ਜਦੋਂ ਸਪਰੇਅ ਕਰਦਿਆਂ ਉਹ ਤਾਰ ਦੇ ਨਾਲ ਟੱਚ ਕਰ ਗਿਆ, ਜਿਹਦੇ ਕਰਕੇ ਕਰੰਟ ਲੱਗਣ ਕਰਕੇ ਉਹਦੀ ਜਿਹੜੀ ਆ ਮੌਤ ਹੋ ਗਈ ਹੈ। ਹਿਮਾਲਿਆ ਦੇ ਉਚਾਈ ਵਾਲੇ ਖੇਤਰ 'ਚ ਸਥਿਤ ਧਾਰਮਿਕ ਅਸਥਾਨ ਸ਼੍ਰੀ ਹੇਮਕੁੰਟ ਸਾਹਿਬ ਅਤੇ ਲੋਕਪਾਲ ਲਕਸ਼ਮਣ ਮੰਦਿਰ ਦੇ ਕਿਵਾੜ ਸੰਗਤ ਲਈ ਖੋਲ੍ਹ ਦਿੱਤੇ ਗਏ ਨੇ। ਸ਼੍ਰੀ ਹੇਮਕੁੰਟ ਸਾਹਿਬ ਤੇ ਲਕਸ਼ਮਣ ਮੰਦਿਰ ਦੇ ਕਿਵਾੜ ਖੋਲ੍ਹਣ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਹੈ। ਕਿਵਾੜ ਖੋਲ੍ਹਣ ਦੀ ਪ੍ਰਕਿਰਿਆ ਦੇ ਤਹਿਤ 5 ਪਿਆਰਿਆਂ ਦੀ ਅਗਵਾਈ ਵਿੱਚ ਪਹਿਲਾ ਜੱਥਾ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਰਵਾਨਾ ਹੋ ਗਿਆ। ਪਹਿਲੇ ਜੱਥੇ 'ਚ 650 ਤੋਂ ਵੱਧ ਯਾਤਰੀ ਹੇਮਕੁੰਟ ਸਾਹਿਬ ਲਈ ਰਵਾਨਾ ਹੋਏ। 5 ਪਿਆਰਿਆਂ ਦੀ ਅਗਵਾਈ ਵਿੱਚ ਸਵੇਰੇ ਗੋਬਿੰਦ ਘਾਟ ਤੋਂ ਸ਼ੁਰੂ ਹੋਈ ਯਾਤਰਾ 14 ਕਿਲੋਮੀਟਰ ਪੈਦਲ ਦੂਰੀ ਤੈਅ ਕਰਕੇ ਕਾਂਗਰੀਆ ਪਹੁੰਚੀ। ਫਿਲਹਾਲ ਬਜ਼ੁਰਗਾਂ ਤੇ ਬੱਚਿਆਂ ਨੂੰ ਯਾਤਰਾ ਦੀ ਮਨਾਹੀ ਹੈ। ਸ਼੍ਰੀ ਹੇਮਕੁੰਟ ਸਾਹਿਬ ਵਿੱਚ ਕਿਵਾੜ ਖੁੱਲਣ ਮੌਕੇ ਗੁਰਦੁਆਰਾ ਸਾਹਿਬ ਅਤੇ ਲਕਸ਼ਮਣ ਮੰਦਿਰ ਨੂੰ ਫੁੱਲਾਂ ਦੇ ਨਾਲ ਸਜਾਇਆ ਗਿਆ। ਹੇਮਕੁੰਟ ਤੱਕ ਪੈਦਲ ਮਾਰਗ ਦਾ ਰਸਤਾ ਪਹਿਲਾਂ ਤੋਂ ਹੀ ਸੁਚਾਰੂ ਹੈ। ਘੋੜੇ ਖੱਚਰ ਤੋਂ ਯਾਤਰੀ ਅਟਲਾ ਕੋਟੀ ਤੱਕ ਹੀ ਜਾਣਗੇ। ਇੱਥੋਂ ਯਾਤਰੀਆਂ ਨੂੰ ਪੈਦਲ ਹੀ ਬਰਫ਼ ਵਿਚਾਲੇ ਸਫ਼ਰ ਕਰਨਾ ਹੋਵੇਗਾ। ਅਜੇ ਵੀ ਹੇਮਕੁੰਟ ਸਾਹਿਬ ਵਿੱਚ ਬਰਫ਼ ਮੌਜੂਦ ਹੈ। ਹੁਣ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲ ਦੇ ਵੱਲ। ਇਸ ਦੇ ਨਾਲ ਹੀ ਖਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਹੁੰਦਾ ਹੈ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।